ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਦੀਆਂ ਸਿਹਤ ਸੇਵਾਵਾਂ ਲਗਾਤਾਰ ਚਰਚਾ ਵਿੱਚ ਰਹਿੰਦੀਆਂ ਨੇ। ਜਦੋਂ ਮੁੱਖ ਸੰਸਦੀ ਸਕੱਤਰ ਡਾਕਟਰ ਨਵਜੋਤ ਕੌਰ ਸਿੱਧੂ ਛਾਪੇ ਮਾਰ ਕੇ ਸਰਕਾਰੀ ਡਾਕਟਰਾਂ ਨੂੰ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੇ ਹੋਏ ਫੜਦੀ ਹੈ ਤਾਂ ਚਰਚਾ ਵਿੱਚ ਸਨਸਨੀ ਪੈਦਾ ਹੁੰਦੀ ਹੈ। ਜਦੋਂ ਉਹਨਾਂ ਦੀਆਂ ਕਾਰਵਾਈਆਂ ਉੱਤੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਕੁਝ ਬੋਲਦੇ ਨੇ ਤਾਂ ਖੁੰਡ ਚਰਚਾ ਲਈ ਚੰਗਾ ਮਸਾਲਾ ਮਿਲ ਜਾਂਦਾ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸਨਸਨੀ ਤੇ ਖੁੰਡ ਚਰਚਾ ਦੇ ਪਰਦੇ ਦੇ ਪਿੱਛੇ ਝਾਕਿਆ ਜਾਏ। सरकारी सेहत सहूलतां उत्ते समाज का एक वड्डा तबका टेक रखता है। लोड़ मुताबक अमले, दवाइयां ते होर साजो समान की हस्पतालों च घाट लगातार चर्चा का विषय बनी रही है। डॉक्टरां की हस्पतालों विचों गैर हाजिरी भी इस चर्चा का हिस्सा रही है। दूर दुराडे के इलाकों पर यह सवाल वार वार उठता है कि निगरानी की घाट कारण सरकारी डॉक्टर गैर हाजिर रहते हैं। इस तो इलावा सरकारी डॉक्टरों वालों गैर सरकारी हस्पतालों में काम करके पैसे कमाने की चर्चा भी होती रहती है। मुख संसदी ਸਕੱਤਰ ने पुलिस और पत्रकारों की हाजिरी च सरकारी डॉक्टरों को गैर सरकारी हस्पतालों च काम करदियां रंगे हथी फड़िया ते उन्हां खिलाफ फौजदारी मामले दर्ज करवाए ने। इन्हां कार्रवाइयां नाल कई सवाल खड़े हुए ने। तकनीकी नुकता यह है कि इन्हां डॉक्टरों खिलाफ फौजदारी मामला दर्ज होना चाहिए या दीवानी मामला दर्ज होना चाहिए। इस तो बिना सवाल होर भी ने। जदों डॉक्टरों को सरकारी हस्पताल तो बाहर डॉक्टरी ना करन दा पता मिलदा तां ओह गैर सरकारी हस्पतालों च डॉक्टरी क्यों करते ने? जो कानून का उल्लंघन करते हैं तो उन्हां ते महकमाना कार्रवाई क्यों नहीं होती? कि इस तरह उपरले अफसरां की जानकारी तो बिना हो सकता है? मुख संसदी सकੱਤਰ के छापिਆਂ तो बाद सेहत महकमे का यह मुद्दा सब तो वड्डा बन गया है। तो फिर सवाल भी पूछ ही लिया जाना चाहिए कि इस विच सियासत किन्नी है ते लोक भलाई की इच्छा किन्नी है। ਜਦੋਂ ਸਰਕਾਰੀ ਡਾਕਟਰ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੇ ਨੇ ਤਾਂ ਹਰ ਕਿਸੇ ਦਾ ਧਿਆਨ ਇਸ ਗੱਲ ਵੱਲ ਜਾਂਦਾ ਹੈ ਕਿ ਕੀ ਇਹਨਾਂ ਨੂੰ ਤਨਖਾਹ ਪੂਰੀ ਨਹੀਂ ਮਿਲਦੀ। ਇਸ ਦੇ ਨਾਲ ਹੀ ਗੱਲ ਨੂੰ ਇਸ ਮੁੱਦੇ ਤੱਕ ਮਹਦੂਦ ਕਰਨਾ ਵੀ ਬੁਨਿਆਦੀ ਮਸਲੇ ਤੋਂ ਭਟਕ ਜਾਣਾ ਹੀ ਹੋਏਗਾ। ਬੁਨਿਆਦੀ ਮੁੱਦਾ ਤਾਂ ਹੋਰ ਹੈ, ਸਿਹਤ ਸੇਵਾਵਾਂ ਨੂੰ ਮਿਕਦਾਰ ਤੇ ਮਿਆਰ ਪੱਖੋਂ ਆਵਾਮ ਦੀਆਂ ਲੋੜਾਂ ਦੇ ਹਾਣ ਦਾ ਕਿਵੇਂ ਕੀਤਾ ਜਾ ਸਕਦਾ ਹੈ। ਇਸੇ ਮਸਲੇ ਬਾਬਤ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਡਾਕਟਰ ਰਮਨੀਕ ਸਿੰਘ ਬੇਦੀ ਜੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਨੇ, ਪ੍ਰੋਫੈਸਰ ਸਵਰਨਜੀਤ ਕੌਰ ਮਹਿਤਾ ਜੋ ਪੰਜਾਬ ਦੇ ਸਮਾਜਿਕ ਮੁੱਦਿਆਂ ਦਾ ਲਗਾਤਾਰ ਅਧਿਐਨ ਕਰਦੇ ਨੇ, ਡਾਕਟਰ ਸੁਰਜੀਤ ਕੌਰ ਸੰਧੂ ਜੋ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ ਇੰਡੀਆ ਨਾਮ ਦੀ NGO ਚਲਾਉਂਦੇ ਨੇ, ਅਜੇ ਭਾਰਦਵਾਜ ਜੋ ਪੱਤਰਕਾਰ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ ਵਿੱਚ ਸਵਾਗਤ ਹੈ। ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁੱਦੇ ਦੇ ਉੱਤੇ ਜਿਹੜੀਆਂ ਮੁੱਖ ਸੰਸਦੀ ਸਕੱਤਰ ਨੇ ਲਗਾਤਾਰ ਛਾਪੇ ਮਾਰ ਕੇ ਜਿਸ ਤਰੀਕੇ ਨਾਲ ਉਹਨਾਂ ਦੇ ਉੱਤੇ ਕੇਸ ਦਰਜ ਕਰਵਾਏ ਨੇ ਤੇ ਇਸ ਪੂਰੇ ਰੁਝਾਨ ਬਾਰੇ ਕੀ ਕਹੋਗੇ? ਦੇਖੋ, ਇਸ ਬਾਰੇ ਤਾਂ ਕੋਈ ਸ਼ੱਕ ਹੈ ਨਹੀਂ ਕਿ ਜੇ ਕੋਈ ਵੀ ਵਿਅਕਤੀ ਕਿਸੇ ਵੀ ਥਾਂ ਤੇ ਬੈਠਾ ਹੋਏ ਜੇ ਉਹ ਲਾਅ ਦੀ ਉਲੰਘਣਾ ਕਰਦਾ ਹੈ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਾਨੂੰਨ ਜੇ ਕੋਈ ਬਣਿਆ ਹੋਇਆ ਹੈ ਤੇ ਹਰੇਕ ਵਿਅਕਤੀ ਨੂੰ, ਹਰੇਕ ਨਾਗਰਿਕ ਨੂੰ ਉਹਦੀ ਪਾਲਣਾ ਜਿੱਥੇ ਵੀ ਬੈਠਾ ਹੈ, ਕਿਸੇ ਵੀ ਅਹੁਦੇ ਤੇ ਬੈਠਾ ਹੈ, ਉਹਨੂੰ ਕਰਨੀ ਪਏਗੀ। ਉਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਜੀ। ਦੂਜਾ ਜਿਹੜਾ ਸਵਾਲ ਇਹ ਹੈਗਾ ਕਿ ਕਿਆ ਇਹ ਜਿਹੜਾ ਕਾਰਵਾਈ ਕੀਤੀ ਗਈ ਹੈ ਇਹ ਸਨਸਨੀ ਹੈ, ਇਹ ਪੋਲਿਟਿਕਸ ਹੈ ਜਾਂ ਇਹੋ ਜਿਹੀ ਕਾਰਵਾਈ ਜਿਹੜੀ ਹੈ ਬਿਲਕੁਲ ਉਚਿਤ ਹੈਗੀ ਹੈ। ਮੇਰੇ ਹਿਸਾਬ ਨਾਲ ਇਹ ਤਿੰਨਾਂ ਵਿੱਚ ਅਸੀਂ ਕੋਈ ਬਿਲਕੁਲ ਸਾਫ਼ ਆਨਸਰ ਨਹੀਂ ਦੇ ਪਾਵਾਂਗੇ। ਥੋੜਾ ਥੋੜਾ ਅੰਸ਼ ਹਰੇਕ ਦਾ ਇਸ ਵਿੱਚ ਲੱਗਦਾ ਹੈ। ਇਹਦੇ ਵਿੱਚ ਸਿਆਸਤ ਵੀ ਹੈ, ਸਨਸਨੀ ਵੀ ਹੈ ਤੇ ਕਿਤੇ ਨਾ ਕਿਤੇ ਇਸ ਜਿਹੜਾ ਰੁਝਾਨ ਨੂੰ ਦਰੁਸਤ ਕਰਨ ਦੀ ਵੀ ਗੱਲ। ਦੇਖੋ, ਇਸ ਤਰ੍ਹਾਂ ਹੈਗਾ ਕਿ ਤੁਸੀਂ ਸਾਰੇ ਪਾਸੇ ਦਾ ਜਿੱਥੇ এনवायरमेंट ਦੇਖਦੇ ਆ ਸਾਨੂੰ ਨਜ਼ਰ ਆਉਂਦਾ ਹੈ ਕਿ ਵੀ ਕੋਈ ਵੀ ਜਦੋਂ ਕਾਰਵਾਈ ਕੀਤੀ ਜਾਂਦੀ ਹੈ ਜਾਂ ਕੁਝ ਵੀ ਕੀਤਾ ਜਾਂਦਾ ਹੈ ਉਹਦੇ ਵਿੱਚ ਦੇਖਿਆ ਇਹ ਗਿਆ ਹੈ ਕਿ ਲੋਕ ਆਪਣੀ ਪੋਲੀਟੀਕਲ ਐਂਗਲ ਨੂੰ ਵੀ ਅੱਗੇ ਰੱਖਦੇ ਨੇ ਜੀ। ਹਾਂ, ਸਨਸਨੀ ਵੀ ਬਣਾਉਣ ਵਾਸਤੇ, ਆਪਣੇ ਆਪ ਨੂੰ ਅੱਗੇ ਕਰਨ ਵਾਸਤੇ, ਬਟ ਐਟ ਦੀ ਸੇਮ ਟਾਈਮ ਇਹਦੇ ਵਾਸਤੇ ਲੋਕਾਂ ਨੂੰ ਵੀ ਇੱਕ ਪਤਾ ਚੱਲਿਆ ਹੈ ਕਿ ਇੱਕ ਮੁੱਦਾ ਹੈਗਾ ਔਰ ਡਾਕਟਰ ਜਿਹੜੇ ਹੈਗੇ ਨੇ ਆਪਣੇ ਕੰਮ ਤੋਂ, ਸਰਕਾਰੀ ਕੰਮ ਤੋਂ ਬਾਹਰ ਜਾ ਕੇ ਵੀ ਕੰਮ ਕਰਦੇ ਹਨ ਜੋ ਕਿ ਕਿਸੇ ਹਾਲਤ ਤੇ ਵੀ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਜੀ। ਪ੍ਰੋਫੈਸਰ ਸਵਰਨਜੀਤ ਸਿੰਘ ਕੌਰ ਮਹਿਤਾ, ਤੁਸੀਂ ਦੱਸੋ ਕਿ ਇਸ ਮੁੱਦੇ ਦੇ ਉੱਤੇ ਖਾਸ ਤੌਰ ਦੇ ਉੱਤੇ ਜਦੋਂ ਜਿਹੜਾ ਸਾਡਾ ਢਾਂਚਾ ਉਹਦੇ ਬਾਰੇ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਇਹ ਸਵਾਲ ਇਸ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ ਤੇ ਕੀ ਕਹਿਣਾ ਬਣਦਾ? ਮੈਨੂੰ ਲੱਗਦਾ ਕਿ ਸਵਾਲ ਜਿਵੇਂ ਤੁਸੀਂ ਵੀ ਕਿਹਾ ਕਿ ਬਹੁਤ ਡੂੰਘਾਈ ਦੇ ਵਿੱਚ ਜਾਣ ਦੀ ਲੋੜ ਹੈ। ਇਹ ਸਰਫੇਸ ਉੱਤੇ ਇੱਕ ਤਰ੍ਹਾਂ ਦੀ ਪ੍ਰੋਬਲਮ ਹੈ। ਛਾਪੇ ਮਾਰ ਲੈਣੇ, ਦੋ ਡਾਕਟਰਾਂ ਨੂੰ ਫੜ ਲੈਣਾ, ਖਬਰਾਂ ਖੂਬ ਛਪ ਜਾਂਦੀਆਂ, ਸਨਸਨੀਖੇਜ਼ ਹੈ। ਫਿਰ ਆਪਸ 'ਚ ਜਿਵੇਂ ਤੁਸੀਂ ਵੀ ਕਿਹਾ ਵੀ ਚੁਣ ਚਰਚਾ ਜਿਹੜੀ ਹੈ ਇਹ ਆਪਸ 'ਚ ਚੱਲਦੀ ਰਹਿੰਦੀ ਹੈ। ਇਹਦੇ ਨਾਲ ਕੁਝ ਹੱਲ ਹੋਣ ਵਾਲਾ ਨਹੀਂ। ਬੁਨਿਆਦੀ ਸਵਾਲ ਹੈ ਕਿ ਸਾਡੀਆਂ ਸਿਹਤ ਸੇਵਾਵਾਂ ਜਿਹੜੀਆਂ ਨੇ ਇਹਦਾ ਸਾਰਾ ਢਾਂਚਾ ਜਿਹੜਾ ਹੈ ਇਹ ਹਿੱਲਿਆ ਪਿਆ और क्योंकि उस ढांचे वाल सरकार कोई इन्ना ध्यान नहीं दे रही। इनफैक्ट बनया बनाया ढांचा
ਵਿਗੜਨ ਦਿੱਤਾ ਓਵਰ ਦੀ ਈਅਰ ਉਹ ਇੰਨਾ ਵਿਗਾੜ ਦਿੱਤਾ ਕਿ ਫਿਰ ਇੱਕ ਵੱਖਰੀ ਕਾਰਪੋਰੇਸ਼ਨ ਖੜੀ ਕਰ ਦਿੱਤੀ। ਕਾਰਪੋਰੇਸ਼ਨ ਖੜੀ ਇਸ ਲਈ ਕੀਤੀ ਕਿ ਜਿਸੇ ਵਿਭਾਗ ਜਿਹੜਾ ਬੜਾ ਬਿਊਰੋਕਰੈਟਿਕ ਹੈ, ਜਿਵੇਂ ਕਿ ਜਿਹੜੀ ਹੈਲਥ ਕਾਰਪੋਰੇਸ਼ਨ ਹੈ ਉਹਨੇ ਐਡ ਹੀ ਕੀਤਾ ਬਿਊਰੋਕ੍ਰੇਸੀ ਚ, ਹੋਰ ਕੀ ਕੀਤਾ। ਫਿਰ ਜੀ ਕਦੀ ਪੰਚਾਇਤਾਂ ਨੂੰ ਦੇ ਦਿਓ ਪ੍ਰਾਇਮਰੀ ਹੈਲਥ ਸੈਂਟਰ, ਉਹ ਤਜਰਬਾ ਵੀ ਫੇਲ ਹੋਇਆ। ਫਿਰ ਕਦੀ ਕਹਿੰਦੇ ਵੀ ਡਾਕਟਰਾਂ ਦੀ ਭਰਤੀ ਜਿਹੜੀ ਹੈ ਉਹ ਨਹੀਂ ਕਰਦੇ। ਐਕਚੁਅਲੀ ਸੇਵਾਵਾਂ ਪੱਖੋਂ ਗਿਣਤੀ ਵੀ ਮਾੜੀ ਹੈ ਤੇ ਗੁਣਤਾ ਤਾਂ ਹੈ ਹੀ ਨਹੀਂ ਹੈ ਸਿਹਤ ਸੇਵਾਵਾਂ ਦੀ। ਤੇ ਕਿਉਂਕਿ ਜਨਤਾ ਬੜੀ ਸਤੀ ਪਈ ਹੈ, ਉਸ ਪਾਸੇ ਧਿਆਨ ਨਾ ਜਾਏ, ਇਹ 2-4 ਖਬਰਾਂ ਇਸ ਤਰ੍ਹਾਂ ਦੀਆਂ ਲੱਗ ਜਾਂਦੀਆਂ। ਨਵਜੋਤ ਕੌਰ ਜਾ ਕੇ ਛਾਪੇ ਮਾਰ ਲੈਂਦੇ ਨੇ। ਇਹ ਕਿਹਨੂੰ ਨਹੀਂ ਪਤਾ ਕਿ ਸਰਕਾਰੀ ਡਾਕਟਰ ਤਨਖਾਹ ਲੈਂਦੇ ਹੋਏ, ਨਾਨ ਪ੍ਰੈਕਟਿਸਿੰਗ ਅਲਾਉਂਸ ਲੈਂਦੇ ਹੋਏ ਵੀ ਬੜੀ ਭਾਰੀ ਗਿਣਤੀ ਵਿੱਚ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਜੀ, ਗੈਰ ਸਰਕਾਰੀ ਉਹਨਾਂ 'ਚ ਜਾ ਕੇ ਕਰਦੇ ਨੇ, ਐਬਸੈਂਟ ਵੀ ਰਹਿੰਦੇ ਨੇ। ਮਤਲਬ ਇਹ ਪਤਾ ਕਰ ਲੈਣਾ ਕੋਈ ਰਾਕਟ ਸਾਇੰਸ ਨਹੀਂ ਹੈਗੀ ਹੈ ਕਿ ਤੁਸੀਂ ਪਤਾ ਕਰ ਲਿਆ ਕਿ ਡਾਕਟਰ ਪ੍ਰੈਕਟਿਸ ਕਰਦੇ। ਕਿਉਂਕਿ ਖਬਰ ਨਵਜੋਤ ਕੌਰ ਨੇ ਛਾਪਾ ਮਾਰਿਆ ਇਸ ਲਈ ਖਬਰ ਜਿਹੜੀ ਹੈ ਛਪ ਜਾਂਦੀ ਹੈ। ਲੇਕਿਨ ਉਂਝ ਤੁਸੀਂ ਦੇਖੋ ਜੇ ਡਾਕਟਰ ਤੁਹਾਨੂੰ ਗੈਰ ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਦੇ ਮਿਲਣਗੇ, ਸਰਕਾਰੀ ਡਾਕਟਰ ਤੁਹਾਡੇ ਆਂਢ ਗੁਆਂਢ ਰਹਿੰਦੇ ਨੇ, ਸਰਕਾਰੀ ਉਹਨਾਂ 'ਚ ਕੰਮ ਕਰਦੇ ਨੇ ਪਰ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਨੇ, ਕਿਸ ਨੂੰ ਨਹੀਂ ਪਤਾ। ਇਹ ਉਹਨਾਂ ਦੀ ਅਫਸਰਾਂ ਦੀ ਅੱਖਾਂ ਥੱਲੇ ਸਾਰਾ ਕੰਮ ਹੋ ਰਿਹਾ ਹੈ, ਕੋਈ ਇਹਦੇ ਲਈ ਛਾਪੇ ਮਾਰਨ ਦੀ ਲੋੜ ਹੈ ਨਹੀਂ ਹੈ। ਇਹਦੇ ਬਾਰੇ ਜੇ ਕੋਈ ਸੰਜੀਦਾ ਢੰਗ ਨਾਲ ਸੋਚਿਆ ਜਾਏ ਵੀ ਤੁਸੀਂ ਨਾਨ ਪ੍ਰੈਕਟਿਸਿੰਗ ਅਲਾਉਂਸ ਦੇ ਕੇ ਤੁਸੀਂ ਸੋਚਿਆ ਕਿ ਵੀ ਡਾਕਟਰ ਪ੍ਰੈਕਟਿਸ ਨਹੀਂ ਕਰਨਗੇ, ਉਧਰੋਂ ਵੀ ਗੱਫਾ ਲਈ ਜਾਂਦੇ ਨੇ ਤੇ ਬਾਕੀ ਦੂਸਰਾ ਗੱਫੇ ਤੇ ਉਹ ਬਣਾ ਹੀ ਰਹੇ ਨੇ। ਇਹ ਕੋਈ ਸਮੱਸਿਆ ਦਾ ਹੱਲ ਹੈ ਨਹੀਂ ਹੈ। ਜਦ ਤੱਕ ਅਸੀਂ ਬੁਨਿਆਦੀ ਢਾਂਚੇ ਦੇ ਵਿੱਚ ਜਿਹੜੀਆਂ ਉਣਤਾਈਆਂ ਉਹਨਾਂ ਨੂੰ ਠੀਕ ਕਰਨ ਦੇ ਵੱਲ ਨਹੀਂ ਤੁਰਦੇ, ਇਹ ਹੱਲ ਹੋ ਨਹੀਂ ਸਕਦਾ। ਹਾਂਜੀ ਡਾਕਟਰ ਸੁਰਜੀਤ, ਤੁਸੀਂ ਵੀ ਕਿਉਂਕਿ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਦੇ ਹੋ ਤੇ ਢਾਂਚੇ ਨੂੰ ਵੀ ਲਗਾਤਾਰ ਦੇਖਦੇ ਹੋ, ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਮੇਰਾ ਅਗਰੀ ਜਿਹੜਾ ਕਿ ਡਾਕਟਰ ਸਾਹਿਬ ਨੇ ਪਹਿਲਾਂ ਦੋਨੋਂ ਮੈਂਬਰਸ ਨੇ ਕਿਹਾ ਹੈ, that is the factual situation। ਹੁਣ ਸਵਾਲ ਇਹ ਹੈਗਾ ਕਿ ਕਿਉਂ। ਮੇਰਾ ਤੇ ਖਿਆਲ ਹੈ ਕਿ ਇੱਕ ਤੇ 2-3 ਚੀਜ਼ਾਂ ਅੱਜ ਕੱਲ੍ਹ ਜਿਹੜੀਆਂ ਹੋ ਰਹੀਆਂ ਨੇ। ਇੱਕ ਤੇ ਹੈ ਕਿ ਪੈਸੇ ਦੀ ਦੌੜ, ਐਂਡ ਨਾਨ ਪ੍ਰੈਕਟਿਸਿੰਗ ਅਲਾਉਂਸ ਦੀ ਗੱਲ ਕੀਤੀ ਹੈ, ਪਰ ਜਿੰਨਾ ਇਹਨਾਂ ਨੂੰ ਪ੍ਰੈਕਟਿਸ ਕਰਕੇ ਪੈਸਾ ਮਿਲਦਾ ਹੈ ਉਹਦੇ ਸਾਹਮਣੇ ਨਾਨ ਪ੍ਰੈਕਟਿਸਿੰਗ ਅਲਾਉਂਸ ਕੁਝ ਮੈਨੇ ਨਹੀਂ ਰੱਖਦਾ। ਸੋ ਇਸ ਕਰਕੇ ਜਿਹੜੀ ਲਾਲਸਾ ਇਨਸਾਨ ਨੂੰ ਪੈ ਗਈ, ਪਰ ਉਹਨਾਂ ਤੇ ਕੋਈ ਰੋਕ ਨਹੀਂ, ਹੋ ਕਦੇ ਵੀ ਸਰਕਾਰੀ ਨੌਕਰੀ ਛੱਡ ਕੇ ਜਾ ਕੇ ਪ੍ਰਾਈਵੇਟ ਪ੍ਰੈਕਟਿਸ ਕਰ ਸਕਦੇ ਨੇ। ਇਹ ਉਹੀ ਹੈ ਨਾ ਕਿ ਇੱਕ ਹੋਰ ਜਿਹੜਾ ਇਨਸਾਨ ਦੀ ਕਮਜ਼ੋਰੀ ਹੈਗੀ ਹੈ ਕਿ ਤੁਸੀਂ ਦੋਨੋਂ ਹੱਥੀਂ ਕਰਦੇ ਜਾਓ ਤੇ ਫੇਸਿੰਗ ਦ ਸਿਚੁਏਸ਼ਨ ਹੈ ਕਿ ਇਹ ਪਤਾ ਨਹੀਂ ਕਿ ਬਈ ਪ੍ਰੈਕਟਿਸ ਤੁਹਾਡੀ ਉਸ ਤਰ੍ਹਾਂ ਚੱਲ ਸਕੇਗੀ ਕਿ ਨਹੀਂ ਚੱਲ ਸਕੇਗੀ, ਇਸ ਕਰਕੇ ਸਰਕਾਰੀ ਨੌਕਰੀ ਦੇ ਉੱਤੇ ਤੁਸੀਂ ਰਹੋ। ਔਰ ਇਹ ਵੀ ਬਿਲਕੁਲ ਸਹੀ ਹੈਗਾ ਹੈ ਕਿ ਸਾਰਿਆਂ ਨੂੰ ਪਤਾ ਹੈ ਔਰ ਇਹ ਵੀ ਪਤਾ ਕਿੱਥੇ ਕੋਈ ਪ੍ਰੈਕਟਿਸ ਕਰਦਾ ਹੈ। ਹੁਣ ਛਾਪੇ ਮਾਰਨ ਨਾਲੋਂ ਹੁਣ ਜੇ ਨਵਜੋਤ ਕੌਰ ਜੀ ਦੀ ਗੱਲ ਲਈਏ, she belongs to the party ਜਿਹੜੀ ਇਸ ਵੇਲੇ ਸੱਤੇ ਵਿੱਚ ਹੈਗੀ ਹੈ, ਇਹ ਕਿਉਂ ਨਹੀਂ ਸੁਧਾਰ ਕਰਦੇ ਜਿਹੜੀ ਇਹਦੀ ਬੇਸਿਕ ਚੀਜ਼ ਹੈ ਰਾਦਰ ਦੈਨ ਇਹ ਟੈਂਪਰੇਰੀ। ਫਿਰ ਜਿਹੜਾ ਹੈਗਾ ਹੈ ਫੰਕਸ਼ਨ, ਇਹ ਸਰਕਾਰੀ ਐਡਮਿਨਿਸਟ੍ਰੇਟਿਵ ਸਿਸਟਮ ਹੈਗਾ ਹੈ, ਉਹ ਸਿਸਟਮ ਨੂੰ ਇਨਫੋਰਸ ਕਰਨ ਕਿ ਵੀ ਉਹ ਸਿਸਟਮ ਐਕਸ਼ਨ ਲਵੇ ਰਾਦਰ ਦੈਨ ਇਹ ਜਿਸ ਤਰ੍ਹਾਂ ਕਿ ਸਨਸਨੀ ਖਬਰ ਬਣਾਤੀ, ਫਿਰ ਅਲਟੀਮੇਟਲੀ ਤੇ ਉਸੇ ਹੀ ਗੱਲ ਤੇ ਜਾਏਗਾ ਨਾ ਕਿ ਐਕਸ਼ਨ ਤੇ ਸਿਵਲ ਸਰਜਨ ਨੇ ਲੈਣਾ ਜੀ, ਹੈ ਨਾ। ਚਾਹੇ ਕੋਈ ਵੀ ਜਾ ਕੇ ਛਾਪੇ ਮਾਰ ਲਵੇ, ਜਿਵੇਂ ਤੁਸੀਂ ਕਿਤੇ ਵੀ ਚੋਰ ਨੂੰ ਫੜ ਲਓ ਪਰ ਉਹਦੇ ਉੱਤੇ ਕਾਰਵਾਈ ਤੇ ਪੁਲਿਸ ਨੇ ਹੀ ਕਰਨੀ ਹੈ ਨਾ। ਸੋ ਇਨ ਦਾ ਸੇਮ ਵੇ ਜਿਹੜਾ ਐਡਮਿਨਿਸਟ੍ਰੇਟਿਵ ਸਿਸਟਮ ਹੈ ਉਸੇ ਨੇ ਕੰਮ ਕਰਨਾ। ਸੋ ਵੀ ਹੈਵ ਟੂ ਸੀ ਕਿ ਕਿਸ ਤਰ੍ਹਾਂ ਆਪਾਂ ਉਸ ਸਿਸਟਮ ਨੂੰ ਕੰਮ ਕਰਨ ਲਾਈਏ ਜੀ, ਹੈ। ਇਹਦੇ ਵਿੱਚ ਕਿਉਂ ਨਹੀਂ ਕਰਦੇ ਜੀ, ਕਿਉਂਕਿ ਬਹੁਤ ਦੇਖਣ ਵਿੱਚ ਆਇਆ ਕਿ ਕਈ ਲੋਕੀ ਜਿਹੜੇ ਪ੍ਰੈਕਟਿਸ ਕਰਦੇ ਨੇ ਆਊਟ ਆਫ ਉਹਨਾਂ ਦੀਆਂ ਪਹੁੰਚਾਂ ਨੇ, ਉਹਨਾਂ ਤੇ ਕੋਈ ਐਕਸ਼ਨ ਨਹੀਂ ਹੁੰਦਾ ਔਰ ਉਹ ਕਨਾਈਵੈਂਸ ਨਾਲ ਪੋਲੀਟੀਕਲ ਕਨਾਈਵੈਂਸ ਨਾਲ ਕੰਮ ਕਰਦੇ ਨੇ। ਸੋ ਇਹ ਤੇ ਸਾਰਾ ਜਿਹੜਾ ਸਾਡੇ ਸਾਰੇ ਪਾਸੇ ਢਾਂਚਾ ਵਿਗੜਿਆ ਹੋਇਆ ਹੈ। ਇਟਸ ਅ ਪਾਰਟ ਆਫ ਦੈਟ ਹੋਲ ਥਿੰਗ। ਜੀ ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ। ਅਜੇ ਜੀ ਦੋ ਜਿਹੜੇ ਮਸਲੇ ਨੇ, ਇੱਕ ਤਾਂ ਇਹ ਹੈ ਕਿ ਵੀ ਜਦੋਂ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ, ਉਹ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ, ਇਹ ਹੋ ਨਹੀਂ ਸਕਦਾ ਕਿ ਬਾਕੀਆਂ ਨੂੰ ਨਾ ਪਤਾ ਹੋਵੇ, ਨਾ ਹੀ ਉਹਨਾਂ ਦੇ ਮਹਿਕਮੇ ਨੂੰ ਪਤਾ ਹੋਊਗਾ। ਬਾਕੀ ਵੀ ਜਿਹੜੇ ਹੋਰ ਜਿਹੜਾ ਮੇਰੇ ਨੇ ਵੀ ਕਾਰਵਾਈ ਕਰਨੀ ਹੈ ਉਸ ਮਹਿਕਮੇ ਨੂੰ ਦਰੁਸਤ ਕਰਨਾ, ਉਹਦੇ ਤੇ ਕਾਰਵਾਈ ਕਰਨੀ। ਦੂਜੀ ਗੱਲ ਜਿਹੜਾ ਨਵਜੋਤ ਕੌਰ ਸਿੱਧੂ ਵਾਲਾ ਮਸਲਾ ਹੈ ਕਿ ਵੀ ਉਹਨਾਂ ਦੀ ਪਾਰਟੀ, ਉਹਨਾਂ ਦੀ ਸਰਕਾਰ ਹੈ, ਉਹ ਇੱਕੋ ਮੁੱਦੇ ਦੇ ਉੱਤੇ ਇੱਕ ਬੰਦਾ ਫੋਕਸ ਕਰਕੇ ਗੱਲ ਕਰਦਾ, ਜਦੋਂ ਬਾਕੀ ਢਾਂਚੇ ਦੀ ਉਹ ਗੱਲ ਨਹੀਂ ਕਰਦਾ ਉਹਨੂੰ ਸੁਧਾਰਨ ਦੀ। ਕੀ ਕਹੋਗੇ ਤੁਸੀਂ? ਦੇਖੋ ਇਸ ਗੱਲ ਦੇ ਦੇयर इज नो ਸੈਕੰਡ ਓਪੀਨੀਅਨ ਕਿ ਪੰਜਾਬ ਦੇ ਅੰਦਰ ਹੈਲਥ ਸਰਵਿਸਿਜ਼ ਜਿਹੜੀਆਂ ਨੇ ਬਿਲਕੁਲ ਬੁਰੀ ਤਰ੍ਹਾਂ ਕਰੰਬਲ ਹੋਈਆਂ ਪਈਆਂ ਨੇ ਜੀ। ਉਹਦੇ ਚ ਡਾਕਟਰਸ ਦੀ ਕੰਟਰੀਬਿਊਸ਼ਨ ਇਜ਼ ਵੈਰੀ ਸਬਸਟੈਂਸ਼ੀਅਲ ਬਿਕੋਜ਼ ਉਹ ਆਪਣੀ ਡਿਊਟੀਜ਼ ਨੂੰ ਸਿੰਸੀਅਰਲੀ ਅਟੈਂਡ ਨਹੀਂ ਕਰ ਰਹੇ।
ਕਈ ਡਾਕਟਰਸ ਐਸੇ ਨੇ ਜਿਹੜੇ ਪਲੇਸ ਆਫ ਅਪਾਇੰਟਮੈਂਟ ਤੇ ਜਾਂਦੇ ਨਹੀਂ ਜਿੱਥੇ ਪੋਸਟਡ ਨੇ, ਜਾਂ ਕਿਸੇ ਨਰਸਿਸ ਨੂੰ ਜਾਂ ਜਿਹੜਾ ਸਬਸਿਡਰੀ ਸਟਾਫ ਹੈ ਉਹਦੀ ਹੈਲਪ ਲੈ ਕੇ ਕੰਮ ਚਲਾ ਲੈਂਦੇ ਨੇ ਤੇ ਦੇ ਡੋਂਟ ਅਟੈਂਡ ਟੂ ਦ ਡਿਊਟੀਜ਼ ਵਿਚ ਇਜ਼ ਅ ਵੈਰੀ ਸੀਰੀਅਸ ਐਨੋਮਲੀ। ਹੁਣ ਐਸੀ ਸਿਚੁਏਸ਼ਨ 'ਚ ਜਿਹੜੀ ਇਹ ਸਿਚੁਏਸ਼ਨ ਚੱਲਦੀ ਆ ਰਹੀ ਹੈ ਕਾਫੀ ਅਰਸੇ ਤੋਂ, ਇਨਫੈਕਟ ਇਹ ਸਟਾਰਟ ਹੋਈ ਸੀ ਮਿਲੀਟੈਂਸੀ ਦੇ ਟਾਈਮ 'ਚ ਜਦੋਂ ਡਾਕਟਰਸ ਨੇ ਪਿੰਡਾਂ 'ਚ ਜਾਣਾ ਜਿਹੜਾ ਸੀਗਾ ਬੰਦ ਜਦੋਂ ਸਰਕਾਰੀ ਮਹਿਕਮੇ ਨੇ ਨਿਗਰਾਨੀ ਵੱਲ ਧਿਆਨ ਹੀ ਨਹੀਂ ਦਿੱਤਾ, ਡਰ ਪੈ ਗਿਆ ਸੀਗਾ, ਇਹ ਉਦੋਂ ਤੱਕ ਕਰੰਬਲ ਹੋਇਆ ਪਿਆ ਸਾਰਾ ਸਿਸਟਮ ਜੀ। ਉਸ ਤੋਂ ਬਾਅਦ ਇਟ ਹੈਜ਼ ਓਨਲੀ ਕੰਟੀਨਿਊਡ ਇਨ ਦਿਸ ਰੌਟ। ਸੋ ਮੈਨੂੰ ਜਿਹੜੇ ਰੇਡ ਕੀਤੇ ਗਏ ਨੇ ਡਾਕਟਰ ਸੰਧੂ ਵੱਲੋਂ, ਮੈਨੂੰ ਆਈ ਐਪਰੀਸ਼ੀਏਟ ਦ ਐਫਰਟ ਇਨਫੈਕਟ ਕਿ ਰੇਡ ਹੋਣੇ ਚਾਹੀਦੇ ਨੇ। ਰੇਡ ਨਾਲ ਇੱਕ ਇਹ ਹੁੰਦਾ ਹੈ ਯੂ ਸੈਂਡ ਅ ਸਿਗਨਲ ਟੂ ਦ ਐਂਟਾਇਰ ਕਮਿਊਨਿਟੀ ਕਿ ਤੁਸੀਂ ਬੈਟਰ ਡਿਸਪਲਿਨ ਯੋਰਸੈਲਫ। ਆਫਟਰ ਆਲ ਕੰਮ ਤੇ ਕਿਤੇ ਤਾਂ ਸ਼ੁਰੂ ਹੋਏਗਾ ਨਾ। ਉਹ ਠੀਕ ਹੈ ਕਿ ਪਾਰਟੀ ਇਹਨਾਂ ਦੀ ਪਾਵਰ 'ਚ ਹੈਗੀ ਹੈ, ਬਟ ਐਨੀਵੇ ਡਾਕਟਰ ਸੰਧੂ ਹੈਜ਼ ਕਮ ਟੂ ਦ ਪੋਜੀਸ਼ਨ ਫॉर द फर्स्ट टाइम। ਸੋ ਇਫ ਸ਼ੀ ਇਜ਼ ਟ੍ਰਾਈਂਗ ਟੂ ਬੀ ਪ੍ਰੋਐਕਟਿਵ ਸੋ ਟੂ ਸੇ, ਆਈ ਥਿੰਕ ਮੈਂ ਤੇ ਇਸ ਗੱਲ ਦੀ ਬੜੀ ਤਾਰੀਫ ਕਰਾਂਗਾ ਕਿ ਉਹਨਾਂ ਨੇ ਇੱਕ ਪ੍ਰੋਐਕਟਿਵ ਰੋਲ ਪਲੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਮੱਸਿਆ ਹੁਣ ਇਹ ਆ ਗਈ ਹੈ ਕਿ ਜਿਹੜੇ 2 ਡਾਕਟਰਸ ਦੇ ਉੱਤੇ ਉਹਨਾਂ ਨੇ ਰੇਡ ਕੀਤਾ ਸੀਗਾ, ਹਾਂਜੀ, ਉਹਨਾਂ ਡਾਕਟਰਸ ਦੇ ਉੱਤੇ ਫਰਦਰ ਕੋਈ ਐਕਸ਼ਨ ਨਹੀਂ ਹੋਇਆ ਜੀ। ਦਿਸ ਇਜ਼ ਵੇਅਰ ਦ ਪ੍ਰੋਬਲਮ ਲਾਈਜ਼ ਕਿ ਜੇ ਸਰਕਾਰ ਦੇ ਕਿਸੇ ਵੀ ਤੰਤਰ ਨੇ, ਭਾਵੇਂ ਉਹ ਸੀਪੀਐਸ ਹੈ, ਭਾਵੇਂ ਪ੍ਰਿੰਸੀਪਲ ਸੈਕਟਰੀ ਹੈਲਥ ਹੈ, ਭਾਵੇਂ ਮਿਨਿਸਟਰ ਹੈ, ਭਾਵੇਂ ਸਿਵਲ ਸਰਜਨ ਹੈ, any organ which has tried to take action against the delinquent and the ਜਿਹੜੇ ਮਤਲਬ ਕੰਮ ਤੋਂ ਚੋਰੀ ਮਤਲਬ ਨੱਠਦੇ ਨੇ, they are not been performing their duty perfectly, ਉਹ ਸਟੈਪ ਚੱਕਿਆ ਗਿਆ। ਲੇਕਿਨ it is scuttled by others। ਉਹ 2 ਡਾਕਟਰਸ ਜਿਨ੍ਹਾਂ ਨੂੰ ਫੜਿਆ ਗਿਆ ਉਹਨਾਂ ਦੇ ਖਿਲਾਫ ਕੋਈ ਫਰਦਰ ਐਕਸ਼ਨ ਨਹੀਂ ਹੋਇਆ, ਉਹ ਸਸਪੈਂਡ ਨਹੀਂ ਹੋਏ ਜੀ, ਠੀਕ ਹੈ। ਹੁਣ ਉਹ ਸਿਸਟਮ ਇਜ਼ ਬੈਕ ਟੂ ਸਕੁਅਰ 1। ਇਸ ਕਰਕੇ ਜਦੋਂ ਬੈਕ ਟੂ ਸਕੁਅਰ 1 ਹੋ ਗਿਆ, ਇਸ ਸਾਰੀ ਲਾਈਟ ਦੇ ਵਿੱਚ ਲੱਗਦਾ ਹੈ ਕਿ ਸ਼ਾਇਦ ਡਾਕਟਰ ਸੰਧੂ ਇਜ਼ ਸ਼ੀ ਗੋਇੰਗ ਦ ਰਾਈਟ ਵੇ। ਮੈਨੂੰ ਲੱਗਦਾ ਹੈ ਸਪੋਰਟ ਡਾਕਟਰ ਸੰਧੂ ਫॉर ਕੰਡਕਟਿੰਗ ਰੇਡਸ, ਆਈ ਓਨੈਸਟਲੀ ਸਪੋਰਟ ਜੀ, ਐਂਡ ਆਈ ਫੀਲ ਸੌਰੀ ਫॉर ਹਰ ਕਿ ਜਿਹੜੇ 2 ਡਾਕਟਰਸ ਨੂੰ ਉਹਨਾਂ ਨੇ ਪਕੜਿਆ ਸੀਗਾ, ਸਰਕਾਰ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜੀ, which shows ਮਤਲਬ it may not be very clear ਕਿ ਕਿਤੇ ਨਾ ਕਿਤੇ ਸਰਕਾਰ ਦਾ ਕੋਈ ਅੰਗ ਉਹਨਾਂ ਨੂੰ ਪ੍ਰੋਟੈਕਟ ਵੀ ਕਰ ਰਿਹਾ ਹੈ ਜੀ। ਡਾਕਟਰ ਰਮਨੀਕ, ਮੈਂ ਤੁਹਾਡੇ ਤੋਂ ਇੱਕ ਸਵਾਲ ਇਹ ਪੁੱਛਣਾ ਚਾਹੂੰਗਾ ਕਿ ਇੱਕ ਮਸਲਾ ਤਾਂ ਇਹ ਹੈ ਕਿ ਵੀ ਜਿਹੜਾ ਡਾਕਟਰਸ ਨੇ ਉਹ ਨਹੀਂ ਜਾਂਦੇ ਉੱਥੇ, ਪਰ ਦੂਜੀ ਦਲੀਲ ਇਸੇ ਨਾਲ ਜੁੜੀ ਹੋਈ ਇਹ ਹੈ ਕਿ ਵੀ ਜਿੱਥੇ ਜਾ ਕੇ ਡਾਕਟਰਾਂ ਨੇ ਕੰਮ ਕਰਨਾ ਹੈ ਉੱਥੇ ਲੋੜੀਂਦਾ ਢਾਂਚਾ ਨਹੀਂ, ਉਹਨਾਂ ਕੋਲ ਲੋੜੀਂਦਾ ਅਮਲਾ ਨਹੀਂਗਾ। ਤੁਹਾਨੂੰ ਕੀ ਲੱਗਦਾ ਹੈ ਇਸ ਤੁਸੀਂ ਮਸਲੇ? ਬਿਲਕੁਲ ਜਿਹੜਾ ਇਹ ਗੱਲ ਕੀਤੀ ਹੈ, ਮੈਂ ਇਹ ਗੱਲ ਕਰਨਾ ਚਾਹੂੰਗਾ ਔਰ ਕਰਨਾ ਚਾਹੁੰਦਾ ਸੀਗਾ ਕਿ ਕੋਈ ਵੀ ਆਦਮੀ ਜਿਹਨੂੰ ਜਦ ਤੱਕ ਉਹਦੀ ਜੌਬ ਸੈਟੀਸਫੈਕਸ਼ਨ ਨਹੀਂ ਹੋਏਗੀ, ਇੰਫਰਾਸਟ੍ਰਕਚਰ ਜਿਹੜਾ ਆਸ-ਪਾਸ ਦਾ ਉਹਦੇ ਨਾਲ ਉਹ ਸੈਟੀਸਫਾਈਡ ਨਹੀਂ ਹੋਏਗਾ, ਉਹਨੂੰ ਤੁਸੀਂ ਜੋ ਮਰਜ਼ੀ ਇਨਸੈਂਟਿਵ ਦੇ ਲਓ, ਉਹ ਉੱਥੇ ਜਾ ਕੇ ਕੰਮ ਕਰਨ ਦੇ ਲਾਇਕ ਨਹੀਂ ਰਹੇਗਾ। ਹੁਣ ਜੇ ਅਸੀਂ ਜਿਵੇਂ ਸਾਰੇ ਲੋਕਾਂ ਨੇ ਅਸੀਂ ਗੱਲ ਕੀਤੀ ਹੈ ਕਿ ਸਾਡੇ ਸਿਸਟਮ ਫੇਲਿਅਰ ਹੈਗਾ ਜਿੱਥੇ ਤੱਕ ਹੈਲਥ ਦੀ ਸੇਵਾਵਾਂ ਦਾ ਤਲਕ ਹੈ, ਸਿਰਫ ਪੰਜਾਬ 'ਚ ਨਹੀਂ ਬਾਕੀ ਜਗ੍ਹਾ ਹੈ, ਕਿਉਂਕਿ ਅਸੀਂ ਪੰਜਾਬ ਦੀ ਗੱਲ ਕਰਦੇ ਪਏ ਹਾਂ ਸੋ ਅਸੀਂ ਉਹਦੇ ਤੇ ਸੀਮਿਤ ਰਵਾਂਗੇ। ਮਗਰ ਦੇਖਿਆ ਇਹ ਗਿਆ ਹੈ ਕਿ ਜਿਹੜੀਆਂ ਹੈਲਥ ਸੇਵਾਵਾਂ ਨੇ ਪਿਛਲੇ 15 ਸਾਲ 'ਚ, ਜੇ ਪਹਿਲਾਂ ਕਿਸੇ ਡਿਸਪੈਂਸਰੀ ਵਿੱਚ ਪੱਖੇ ਸੀਗੇ ਤੇ ਅੱਜ ਦੇ ਦਿਨ 'ਚ ਪੱਖਾ ਵੀ ਹੈ ਨਹੀਂ ਉੱਥੇ। ਉਹਨਾਂ ਕੋਲ ਡਿਸਪੈਂਸਰੀ ਦੇ ਵਿੱਚ ਡਿਸਪੈਂਸਰ ਨਹੀਂ ਹੈਗਾ, ਉਹਨਾਂ ਕੋਲ ਨਰਸ ਨਹੀਂ ਹੈ, ਦਵਾਈਆਂ ਦਾ ਕੋਈ ਸਾਧਨ ਨਹੀਂ ਹੈਗਾ। ਜੇ ਕੋਈ ਮਰੀਜ਼ ਆ ਜਾਏ ਜਿਹਦੇ ਨੂੰ ਕੋਈ ਚੋਟ ਲੱਗੀ ਹੋਏ, ਐਕਸੀਡੈਂਟ ਨਾ ਹੋਏ, ਜਾਂ ਕੋਈ ਹਾਰਟ ਦਾ ਪੇਸ਼ੈਂਟ ਹੋਏ ਜਾਂ ਕਿਸੇ ਵੀ ਬਿਮਾਰੀ ਦਾ ਹੋਏ, ਉਹਨਾਂ ਨੂੰ ਕੋਈ ਇਹੋ ਜਿਹਾ ਸਾਧਨ ਨਹੀਂ ਹੈ ਜਿਹਦੇ ਨਾਲ ਕਿ ਉਹ ਮਰੀਜ਼ ਨੂੰ ਠੀਕ ਕਰ ਸਕਦੇ ਹਨ। ਮੈਂ ਸਮਝਦਾ ਹਾਂ ਕਿ ਇੱਕ ਡਾਕਟਰ ਬਣਨ ਵਾਸਤੇ ਬਹੁਤ ਸਿੱਖਿਆ ਦੀ ਲੋੜ ਹੈਗੀ ਹੈ, ਔਰ ਡਾਕਟਰ ਕੋਈ ਇਸ ਤਰ੍ਹਾਂ ਨਹੀਂ ਬਣਦਾ, ਉਹਦੇ ਉੱਤੇ ਕਾਫੀ ਮਿਹਨਤ ਹੁੰਦੀ ਹੈ, ਖੁਦ ਡਾਕਟਰ ਦੀ, ਉਹਨਾਂ ਦੇ ਪਰਿਵਾਰ ਦੀ, ਉਹਨਾਂ ਦੀ ਆਸ਼ਾਵਾਂ ਹੁੰਦੀਆਂ ਨੇ, ਔਰ ਸਭ ਤੋਂ ਵਧੀਆ ਜਿਹੜੀ ਗਵਰਨਮੈਂਟ ਵੀ ਹੈ ਉਹ ਵੀ ਡਾਕਟਰ ਦੇ ਉੱਤੇ ਸਪੈਂਡ ਕਰਦੀ ਹੈ। ਇੰਨਾ ਕੁਝ ਸਪੈਂਡ ਕਰਨ ਤੋਂ ਬਾਅਦ, ਇੰਨਾ ਸਕਿੱਲ ਦੇਣ ਤੋਂ ਬਾਅਦ ਜੇ ਉਸ ਨੂੰ ਇਸ ਕਾਬਿਲ ਨਹੀਂ ਦਿੱਤਾ ਜਾਂਦਾ ਕਿ ਉਹ ਸੇਵਾਵਾਂ ਨੂੰ ਅੱਗੇ ਜਾ ਕੇ ਇਸਤੇਮਾਲ ਕਰ ਸਕੇ, ਤੇ ਇਸ ਤੋਂ ਜ਼ਿਆਦਾ ਹੋਰ ਮਾੜੀ ਗੱਲ ਹੋ ਨਹੀਂ ਸਕਦੀ। ਜੀ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਇਸ ਮੁੱਦੇ ਉੱਤੇ। ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇਹ ਚਰਚਾ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਚਰਚਾ ਕਰ ਰਹੇ ਹਾਂ ਕਿ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਦਾ ਪੰਜਾਬ ਦੇ ਸਿਹਤ ਢਾਂਚੇ ਨਾਲ ਕੀ ਰਿਸ਼ਤਾ ਬਣਦਾ ਹੈ। ਪ੍ਰੋਫੈਸਰ ਰਮਨੀਤ, ਇੱਕ ਜਿਹੜਾ ਇਹ ਮਸਲਾ ਕਿ ਵੀ ਜਿਸ ਕਿਸਮ ਦਾ ਢਾਂਚਾ ਸਾਡੇ ਕੋਲ ਹੈਗਾ, ਜਿਸ ਕਿਸਮ ਦੇ ਸਾਡੇ ਕੋਲ ਹਸਪਤਾਲ ਨੇ, ਜਿਸ ਕਿਸਮ ਦੇ ਉਹਦੇ ਵਿੱਚ ਡਾਇਗਨੋਸਟਿਕ ਫੈਸਿਲਿਟੀਜ਼ ਅਵੇਲੇਬਲ ਨੇ, ਜਿਸ ਕਿਸਮ ਨਾਲ ਉੱਥੇ ਦਵਾਈਆਂ ਨੇ ਜਾਂ ਪੱਟੀਆਂ ਤੱਕ ਦਾ ਜਿਹੜਾ ਮਸਲਾ ਹੈ,
ਕਿਤੇ ਨਾ ਕਿਤੇ ਇਹ ਦਲੀਲ ਵੀ ਇੱਕ ਠੋਸ ਜਾਪਦੀ ਹੈ ਕਿ ਵੀ ਇਹ ਇੱਕ ਤਰੀਕੇ ਨਾਲ ਪੂਰੇ ਮੁੱਦੇ ਤੋਂ ਇੱਕ ਪਾਸੇ ਚਰਚਾ ਲਿਜਾਣ ਦੀ ਉਹ ਗੱਲ ਹੋ ਰਹੀ ਹੈ ਜਦੋਂ ਆਪਾਂ ਸਿਰਫ ਡਾਕਟਰਾਂ ਦੇ ਉੱਤੇ ਫੋਕਸ ਕਰਦੇ ਮੈਂ ਹਾਂ। ਪਹਿਲਾਂ ਵੀ ਇਹੀ ਕਿਹਾ ਸੀ ਕਿ ਇਹ ਲੋਕਾਂ ਦਾ ਧਿਆਨ ਅਸਲੀ ਮੁੱਦੇ ਤੋਂ ਹਟਾ ਕੇ ਤੇ ਸਨਸਨੀਖੇਜ਼ ਖਬਰਾਂ ਦੇ ਵੱਲ ਮੋੜਨ ਦੀ ਇੱਕ ਇਹ ਬੜੀ ਸਕਸੈਸਫੁਲ ਅਟੈਂਪਟ ਹੈ ਮੈਂ ਸਮਝਾਂਗੀ। ਤੇ ਜਿਵੇਂ ਭਰਦਵਾਜ ਜੀ ਨੇ ਕਿਹਾ ਕਿ ਇਹ ਐਪਰੀਸ਼ੀਏਟ ਤੇ ਕਰਨਾ ਬਣਦਾ ਹੈ, ਲੇਕਿਨ ਇਹ ਹੈ ਕਿ ਜਿਸ ਐਕਸਟੈਂਟ ਤੱਕ ਅਸਲੀ ਮੁੱਦਿਆਂ ਤੋਂ ਇਹ ਧਿਆਨ ਹਟਾ ਰਹੀ ਹੈ ਇਹੋ ਜੀ ਕਾਰਵਾਈ, ਉਸ ਹਿਸਾਬ ਨਾਲ ਇਹ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਇਹ ਲੱਗ ਜਾਂਦਾ ਕਿ ਵੀ ਸਿਰਫ ਡਾਕਟਰ ਹੀ ਦੋਸ਼ੀ ਨਹੀਂ ਕਿ ਜਿਹਦੇ ਕਾਰਨ ਸਿਸਟਮ ਸਾਡਾ ਖਰਾਬ ਹੈ। ਜਦੋਂ ਮੈਨੂੰ ਕਿ ਇਹ ਲੱਗਦਾ ਹੈ ਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਤੁਸੀਂ ਵੀ ਇੱਕ ਪੁਆਇੰਟ ਆਊਟ ਕੀਤਾ ਸੀ ਕਿ ਕਈ ਖਾਮੀਆਂ ਨੇ, ਸਿਸਟਮ ਬਹੁਤ ਗਿਰਾਵਟ ਵੱਲ ਚਲਾ ਗਿਆ ਹੈ। ਇਨਫੈਕਟ ਬਸ ਟੁੱਟੂ ਕਰ ਰਿਹਾ, ਕਿਸੇ ਦਿਨ ਇਹ ਬਿਲਕੁਲ ਟੁੱਟ ਹੀ ਜਾਣਾ। ਤੇ ਦਵਾਈਆਂ ਦੀ ਘਾਟ ਦੀ ਵੀ ਗੱਲ ਆਮ ਕਹੀ ਜਾਂਦੀ ਹੈ ਵੀ ਜਦ ਦਵਾਈਆਂ ਹੀ ਨਹੀਂ ਨੇ ਤਾਂ ਡਾਕਟਰ ਕੀ ਕਰੇਗਾ। ਮੇਰਾ ਇੱਕ ਸੁਝਾਅ ਹੈ, ਔਰ ਜਿਹੜੀਆਂ ਅਨਪੇਟੈਂਟਡ ਮੈਡੀਸਿਨਸ ਹੈ ਨੇ, ਜਿਹੜੀਆਂ ਸਰਕਾਰੀ ਫਾਰਮਾਸਿਊਟੀਕਲ ਇੰਡਸਟਰੀਜ਼ ਨੇ, ਜਿਹੜੀਆਂ ਉਹ ਕੁਝ ਘਾਟੇ ਵੱਲ ਜਾ ਰਹੀਆਂ, ਕੁਝ ਬੜੀਆਂ ਅੱਛੀ ਪ੍ਰੋਫਿਟ ਵੀ ਕਰ ਰਹੀਆਂ। ਅਨਪੇਟੈਂਟਡ ਮੈਡੀਸਿਨਸ ਜਿਹੜੀਆਂ ਨੇ ਉਹ ਸਰਕਾਰੀ ਜਿਹੜੇ ਅਦਾਰੇ ਨੇ, ਫੈਕਟਰੀਆਂ ਨੇ, ਉੱਥੇ ਪ੍ਰੋਡਿਊਸ ਕਰਕੇ ਔਰ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਪੈਕੇਜਿੰਗ ਹੋਏ, ਇਹ ਨਹੀਂ ਗਿਣ ਕੇ ਗੋਲੀਆਂ ਦੇਣ ਵਾਲੀ, ਪ੍ਰੋਪਰ ਪੈਕੇਜਿੰਗ ਹੋਏ। ਉਹਦੇ ਨਾਲ ਥੋੜੀ ਜਿਹੀ ਕਾਸਟ ਜ਼ਰੂਰ ਵਧੇਗੀ, ਲੇਕਿਨ ਉਹਦੇ ਨਾਲ ਕ੍ਰੈਡੀਬਿਲਿਟੀ ਜਿਹੜੀ ਹੈ, ਐਕਸੈਪਟੇਬਿਲਿਟੀ ਜਿਹੜੀ ਹੈ ਦਵਾਈਆਂ ਦੀ ਵੱਧ ਸਕਦੀ ਹੈ। ਔਰ ਸਰਕਾਰੀ ਅਦਾਰੇ ਜਿਹੜੇ ਨੇ ਉਹ ਸਰਕਾਰੀ ਅਦਾਰਿਆਂ ਨੂੰ ਹੀ ਇਹ ਦਵਾਈਆਂ ਦੇਣ, ਇਹਦੇ ਨਾਲ ਦੋਵਾਂ ਨੂੰ ਫਾਇਦਾ ਹੈ। ਤੇ ਦਵਾਈਆਂ ਦੀ ਘਾਟ ਕਿਸੇ ਐਕਸਟੈਂਟ ਤੱਕ ਪੂਰੀ ਕੀਤੀ ਜਾ ਸਕਦੀ ਹੈ। ਮਤਲਬ ਦਵਾਈਆਂ ਦੀ ਜਿਹੜੀ ਸਰਕਾਰੀ ਸਨਅਤ ਆ ਉਹ ਵੀ ਖੜੇਗੀ ਤੇ ਸਰਕਾਰੀ ਜਿਹੜਾ ਸਿਹਤ ਢਾਂਚਾ ਉਹ ਵੀ ਬਿਹਤਰ ਹੋ ਸਕੇਗਾ। ਹਾਂਜੀ, ਦੂਸਰੀ ਗੱਲ ਇਹ ਹੈ ਕਿ ਹਰ ਅਦਾਰੇ ਵਿੱਚ ਅਸੀਂ ਬੜੇ ਐਕਸਪੈਰੀਮੈਂਟ ਕਰਨ ਦੇ ਲਈ ਬੜੇ ਤਤਪਰ ਰਹਿੰਦੇ ਆ। ਠੀਕ ਹੈ, ਕਰਨੇ ਚਾਹੀਦੇ ਐਕਸਪੈਰੀਮੈਂਟ, ਪਰ ਐਕਸਪੈਰੀਮੈਂਟਸ ਤੋਂ ਕੁਝ ਸਿੱਖਣਾ ਵੀ ਚਾਹੀਦਾ। ਜਿਹੜੀਆਂ ਚੀਜ਼ਾਂ ਫੇਲ ਹੁੰਦੀਆਂ ਨੇ ਉਹਨਾਂ ਤੋਂ ਲੈਸਨ ਲੈਣਾ ਚਾਹੀਦਾ। ਮੈਨੂੰ ਲੱਗਦਾ ਕਿ ਜਿਹੜਾ ਇੱਕ ਬਣਿਆ ਬਣਾਇਆ ਢਾਂਚਾ ਜਿਹਨੂੰ ਕਿ ਖਰਾਬ ਕਰਨ ਦੇ ਵਿੱਚ ਵੀ ਸਰਕਾਰ ਨੇ ਪੂਰਾ ਜ਼ੋਰ ਲਾਇਆ, ਉਸ ਢਾਂਚੇ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਖੜਾ ਕਰਨ ਦੀ ਲੋੜ ਹੈ। ਉਹਦੇ ਚ ਘੱਟ ਪੈਸਾ ਲੱਗੇਗਾ ਬਜਾਏ ਕਿ ਹੋਰ ਨਵੇਂ ਸਿਸਟਮ ਸ਼ੁਰੂ ਕਰਨ ਦੇ। ਨਵੇਂ ਸਿਸਟਮ ਇੱਕ ਇਹਨਾਂ ਨੇ ਪਿੱਛੇ ਜੇ ਅਨਾਉਂਸ ਕੀਤਾ ਸੀ, ਮੈਨੂੰ ਨਹੀਂ ਪਤਾ ਕਿੱਥੋਂ ਤੱਕ ਉਹ ਅੱਗੇ ਜਾ ਰਿਹਾ, ਕਿ ਬਈ 4 ਸਾਲ ਦੀ ਪੜ੍ਹਾਈ ਕਰਵਾ ਕੇ ਕੁਝ ਮਤਲਬ ਇੱਕ ਸੈਟ ਆਫ ਡਾਕਟਰਸ ਨੂੰ ਉਹਨਾਂ ਨੂੰ ਤੁਸੀਂ ਘੱਟ ਤਨਖਾਹ ਦੇ ਉੱਤੇ ਇਹਨਾਂ ਦੇ ਹਸਪਤਾਲਾਂ 'ਚ ਭੇਜੋ। ਮੈਨੂੰ ਲੱਗਦਾ ਇਹ ਆਪਣੇ ਆਪ ਵਿੱਚ ਅੱਛੀ ਸੋਚ ਹੈ, ਲੇਕਿਨ ਜਦ ਤੱਕ ਤੁਸੀਂ ਡਾਕਟਰਸ ਨੂੰ ਇਹ ਇਨਸ਼ੋਰ ਨਹੀਂ ਕਰਦੇ ਕਿ ਤੁਸੀਂ 5 ਸਾਲ ਦੀ ਨੌਕਰੀ ਤੋਂ ਬਾਅਦ ਤੁਹਾਨੂੰ ਲੈਟਰਲ ਐਂਟਰੀ MBBS ਪ੍ਰੋਪਰ ਕਰਨ ਦੇ ਲਈ ਮਿਲ ਜਾਏਗੀ, ਉਦੋਂ ਤੱਕ ਇਹ ਵੀ ਸਿਸਟਮ ਜਿਹੜਾ ਇੱਕ ਸਿਰੇ ਨਹੀਂ ਚੜੇਗਾ। ਕੋਈ ਵੀ ਜਿਹੜਾ ਡਾਕਟਰ ਪ੍ਰੋਫੈਸ਼ਨ ਵਿੱਚ ਆਂਦਾ, ਜੇ ਸਰਕਾਰੀ ਨੌਕਰੀ ਦੇ ਵਿੱਚ ਜਾਂਦਾ, ਉਹਨੂੰ ਵੀ ਅਸ਼ੋਰਟੀ ਚਾਹੀਦੀ ਹੈ ਵੀ ਉਹਨੇ ਕੋਈ ਵਰਟੀਕਲ ਵੀ ਅੱਗੇ ਤਰੱਕੀ ਵੀ ਹੋਣੀ ਚਾਹੀਦੀ ਹੈ। ਹੁਣ ਘੱਟ ਤਨਖਾਹਾਂ ਦੇ ਕੇ ਤੁਸੀਂ ਟੀਚਰ ਵੀ ਭਰਤੀ ਕਰ ਲਏ, ਤੁਸੀਂ ਦੇਖ ਲਿਆ ਕਿ ਕੀ ਸਤਿਆਨਾਸ਼ ਐਜੂਕੇਸ਼ਨ ਦੇ ਢਾਂਚੇ ਦਾ ਹੋ ਗਿਆ। ਇਸੇ ਤਰ੍ਹਾਂ ਜੇ ਤੁਸੀਂ ਹੈਲਥ ਸਿਸਟਮ ਵਿੱਚ ਵੀ ਜੇ ਚਾਹੋਗੇ ਕਿ ਥੋੜੇ ਪੈਸੇ ਦੇ ਕੇ ਅਸੀਂ ਘੱਟ ਪੜ੍ਹੇ ਲਿਖੇ ਬੰਦਿਆਂ ਨੂੰ ਲਾ ਕੇ ਤੇ ਗੁਜ਼ਾਰਾ ਤੋਰ ਲਈਏ, ਇਹ ਹੋਣ ਵਾਲਾ ਨਹੀਂ ਹੈ। ਸ਼ੁਰੂ ਕਰ ਸਕਦੇ ਹੋ, ਲੇਕਿਨ ਨਾਲ ਪ੍ਰੋਪਰ ਇਨਸ਼ੋਰ ਕਰੋ ਕਿ ਉਹ ਬੰਦੇ ਜਿਹੜੇ ਨੇ 5 ਸਾਲ ਬਾਅਦ 10 ਸਾਲ ਬਾਅਦ ਉਹਨਾਂ ਨੂੰ ਸਰਕਾਰ ਛੁੱਟੀ ਦੇ ਕੇ MBBS ਕਰਨ ਦੇ ਲਈ ਭੇਜੇਗੀ, ਤਾਂ ਕਿ ਉਹਨਾਂ ਨੂੰ ਜੇ ਫਰਜ਼ ਕਰੋ ਬੌਂਡ ਵੀ ਭਰਨਾ ਪੈਂਦਾ ਉਹ ਵਾਪਸ ਆ ਕੇ ਫਿਰ ਜੁਆਇਨ ਕਰ ਸਕਣ। ਡਾਕਟਰ ਸਰਜੀਤ, ਤੁਸੀਂ ਕੀ ਸੁਝਾਅ ਦੇਣਗੇ ਕਿ ਇਸ ਢਾਂਚੇ ਨੂੰ ਜੇ ਦਰੁਸਤ ਕਰਨਾ ਹੋਵੇ ਤੇ ਕਿਹੜੀਆਂ ਪਹਿਲ ਕਦਮੀਆਂ ਦਰਕਾਰ ਨੇ? ਦੇਖੋ, ਜਿਸ ਤਰ੍ਹਾਂ ਹੁਣੇ ਜ਼ਿਕਰ ਹੋਇਆ ਦਵਾਈਆਂ ਦਾ, ਕਿਉਂਕਿ ਮੈਂ ਆਪ ਪੰਜਾਬ ਦੀ PCMS ਤੋਂ ਰਿਜ਼ਾਈਨ ਕੀਤਾ ਸੀਗਾ ਔਰ ਮੇਰਾ ਬੇਸਿਕ 2 ਚੀਜ਼ਾਂ ਸੀ ਜਿਸ ਕਰਕੇ ਮੈਂ ਰਿਜ਼ਾਈਨ ਕੀਤਾ, ਕਿ ਦਵਾਈਆਂ ਨਹੀਂ। ਮੇਰੇ ਜਿਹੜੇ ਸੀਨੀਅਰ ਡਾਕਟਰ ਸੀ ਉਹ ਕਹਿੰਦੇ ਸੀ ਇਹ ਦਵਾਈਆਂ ਡਾਕਟਰ ਸਾਹਿਬ ਇਹ ਤੁਸੀਂ ਦੇ ਦਿਓਗੇ ਤੇ ਕਿਸ ਤਰ੍ਹਾਂ ਕੰਮ ਚੱਲੇਗਾ, ਤੁਸੀਂ ਤੇ 1 ਹਫ਼ਤੇ ਦੇ ਵਿੱਚ ਦਵਾਈਆਂ ਦਾ ਪੂਰਾ ਬਜਟ ਮਹੀਨੇ ਦਾ ਖਤਮ ਕਰ ਦਿਓਗੇ, ਤੁਸੀਂ ਇਹਨਾਂ ਨੂੰ ਘੱਟ ਮਿਕਦਾਰ ਵਿੱਚ ਦਿਓ। ਤੇ ਮੇਰਾ ਇੱਕ ਸਵਾਲ ਸੀਗਾ ਕਿ ਕੀ ਮੈਂ ਕੁਐਕਰੀ ਕਰਨੀ ਹੈ ਕਿ ਮੈਂ MBBS ਕਰਕੇ ਪੋਸਟ ਗ੍ਰੈਜੂਏਸ਼ਨ ਕਰਕੇ ਤੇ ਆਈ ਕਮ ਡਾਊਨ ਟੂ ਬੀਇੰਗ ਅ ਕੁਐਕ, ਤੇ ਫਿਰ ਮੇਰੇ ਵਿੱਚ ਤੇ ਕੁਐਕ ਵਿੱਚ ਕੀ ਫਰਕ ਰਿਹਾ? ਤੇ ਇਸ ਕਰਕੇ ਮੈਂ ਪੰਜਾਬ ਸਰਕਾਰ ਦੀ PCMS ਤੋਂ ਰਿਜ਼ਾਈਨ ਕਰਕੇ ਚਲੀ ਗਈ ਸੀਗੀ। ਸੋ ਦਵਾਈਆਂ ਜਿਸ ਤਰ੍ਹਾਂ ਕਿ ਡਾਕਟਰ ਬੇਦੀ ਨੇ ਵੀ ਕਿਹਾ ਕਿ ਸੈਂਸ ਆਫ ਸੈਟੀਸਫੈਕਸ਼ਨ ਤੇ ਮਿਲਣੀ ਚਾਹੀਦੀ ਹੈ ਨਾ, ਕਿ ਇਕਵਿਪਮੈਂਟ ਹੋਵੇ, ਦਵਾਈਆਂ ਹੋਣ, ਫਿਰ ਰੈਜ਼ੀਡੈਂਸ਼ੀਅਲ। This is my second issue was कि rural areas ਦੇ ਵਿੱਚ residence should be provided to the doctors, है ना। So ਇਹ ਚੀਜ਼ਾਂ ਵੱਲ ਹੁਣ ਜੇ NPA ਥੋੜਾ ਜਿਹਾ ਦੇ ਕੇ, ਮੈਂ ਤੇ ਇਹ ਕਹਾਂਗੀ ਕਿ ਤੁਸੀਂ NPA ਬੰਦ ਕਰੋ,
ਉਹੀ ਪੈਸਾ ਜਿਹੜਾ ਤੁਸੀਂ, ਜੇ ਤੁਹਾਡੇ ਕੋਲ ਹੋਰ ਪੈਸਾ ਨਹੀਂ ਹੈਗਾ ਤੇ ਲੈਟ ਦ ਡਾਕਟਰਸ ਐਨ ਫਿਕਸ ਟਾਈਮ ਓਕੇ ਟਰਾਈ देयर ਪ੍ਰਾਈਵੇਟ ਪ੍ਰੈਕਟਿਸ ਇਹ ਕਰਨਾ ਚਾਹੀਦਾ 9 ਤੋਂ 5 ਤੁਸੀਂ ਸਰਕਾਰੀ ਕੰਮ ਕਰੋ, ਅੱਗੋਂ ਪੁੱਛੋ ਤੁਸੀਂ ਇਹ ਤੁਸੀਂ ਕਰਵਾ ਲਓ ਉਹਨਾਂ ਕੋਲੋਂ। ਜੀ। ਤੇ ਉਹ ਜਿਹੜਾ ਤੁਸੀਂ ਸੇਵਿੰਗ ਹੈ ਉਹਦੇ ਨਾਲ ਤੁਸੀਂ ਫੈਸਿਲਿਟੀਜ਼ ਜਿਹੜੀਆਂ ਇਨਫਰਾਸਟ੍ਰਕਚਰ ਹੈ, ਦਵਾਈਆਂ ਹੈ, ਦੂਜਾ ਸਟਾਫ ਹੈ, ਉਹਨਾਂ ਨੂੰ ਤੁਸੀਂ ਇੰਪਰੂਵ ਕਰੋ ਤਾਂ ਕਿ ਐਟਲੀਸਟ ਪਰ ਸੈਟੀਸਫੈਕਸ਼ਨ। ਡਾਕਟਰ ਸੁਰਜੀਤ ਇਹ ਤਾਂ ਬਹੁਤ ਛੋਟੀ ਰਕਮ ਬਣੇਗੀ, ਉਹਦੇ ਨਾਲ ਉਹ ਢਾਂਚਾ ਨਹੀਂ ਖੜਾ ਹੋ ਸਕੇਗਾ, ਨਾ ਹੀ ਹਸਪਤਾਲ ਖੜੇ ਹੋ ਸਕਣਗੇ। ਜਿਸ ਐਜ਼ ਐਨ ਐਗਜ਼ਾਮਪਲ ਹੈ, ਹੋਰ ਤੇ ਹਾਂਜੀ। ਹੋਰ ਪੈਸਾ ਪਾਉਣ ਦੀ ਲੋੜ ਹੈ। ਜੇ ਅਸੀਂ ਕਹਿੰਦੇ ਆ ਕਿ ਹੈਲਥ ਇਜ਼ ਵੈਰੀ ਇੰਪੋਰਟੈਂਟ ਕੰਪੋਨੈਂਟ ਹਾਂਜੀ of the services, so ਫਿਰ give you money for that। ਜੀ। ਇਸੇ ਇੱਕ ਪਾਸੇ ਤਾਂ ਅਸੀਂ ਕਹੀਏ ਕਿ ਅਸੀਂ ਲੋਕਾਂ ਦੇ ਲਈ ਅਸੀਂ ਆ ਵੀ ਕਰਨਾ ਚਾਹੁੰਦੇ ਹਾਂ ਡਿਵੈਲਪਮੈਂਟ, ਐਂਡ ਹੈਲਥ ਇਜ਼ ਵਨ ਆਫ ਦਾ ਵੈਰੀ ਇੰਪੋਰਟੈਂਟ ਕੰਪੋਨੈਂਟ ਆਫ ਡਿਵੈਲਪਮੈਂਟ। ਹਾਊ ਕੈਨ ਯੂ ਡਿਵੈਲਪ ਅ ਨੇਸ਼ਨ if you cannot look after their health? ਹਾਂਜੀ ਪਾਦਵਾ ਜੀ, ਜਿਹੜਾ ਮਸਲਾ ਹੈ ਕਿ ਵੀ ਹੈਲਥ ਦੇ ਪੂਰੇ ਇਸ਼ੂ ਨੂੰ ਕੰਪਰੀਹੈਂਸਿਵਲੀ ਦੇਖੇ ਬਿਨਾ ਸਿਰਫ ਇੱਕ ਮੁੱਦੇ ਦੇ ਉੱਤੇ ਫੋਕਸ ਹੋ ਜਾਣਾ, ਜਿਵੇਂ ਹੁਣ ਇਹ ਹੈ ਕਿ ਡਾਕਟਰ ਆ ਗਿਆ, ਜਿਹੜਾ ਸਿਖਲਾਈ ਜਾਪਤਾ ਡਾਕਟਰ ਹੈ, ਉਹਨੂੰ ਜਿਹੜੇ ਹਸਪਤਾਲ ਦੇ ਵਿੱਚ ਲਾਇਆ ਗਿਆ, ਜੇ ਉੱਥੇ ਕੋਈ ਜ਼ਖਮੀ ਆਉਂਦਾ ਹੈ, ਉਹਦੇ ਕੋਲ ਕਰਨ ਲਈ ਤੁਹਾਡੇ ਕੋਲ ਪੱਟੀ ਨਹੀਂ, ਤੁਹਾਡੇ ਕੋਲ ਬੀਟਾਡੀਨ ਨਹੀਂ ਹੈਗੀ, ਤੁਹਾਡੇ ਕੋਲ ਦੇਣ ਲਈ ਦਵਾਈਆਂ ਨਹੀਂ, ਤੇ ਜਿਸ ਤਰੀਕੇ ਨਾਲ ਉਹਦਾ ਡਾਇਗਨੋਸ ਤਿਆਰ ਕਰਨਾ ਉਹ ਤੁਹਾਡੇ ਕੋਲ ਸਿਸਟਮ ਨਹੀਂ ਹੈਗਾ। ਸਾਨੂੰ ਨਹੀਂ ਲੱਗਦਾ ਕਿ ਵੀ ਪੂਰਾ ਕੰਪਰੀਹੈਂਸਿਵਲੀ ਇੱਕ ਪਲਾਨਿੰਗ ਦੇ ਪੱਧਰ ਦੇ ਉੱਤੇ ਗੱਲ ਜ਼ਿਆਦਾ ਹੋਣੀ ਚਾਹੀਦੀ? ਮੈਂ ਇਸ ਚੀਜ਼ ਨਾਲ ਬਿਲਕੁਲ ਐਗਰੀ ਨਹੀਂ ਕਰਦਾ ਕਿ ਜੇ ਇਨਫਰਾਸਟ੍ਰਕਚਰ ਨਹੀਂ ਹੈਗਾ ਤੇ ਡਾਕਟਰ ਨੂੰ ਹਸਪੀਟਲ ਨਹੀਂ ਜਾਣਾ ਚਾਹੀਦਾ। ਆਈ ਮੀਨ ਦਿਸ ਇਜ਼ ਐਬਸੋਲੂਟਲੀ ਨਾਟ ਡਨ। ਦਿਸ ਇਜ਼ ਜਸਟ ਲਾਈਕ ਸੇਇੰਗ ਮੇਰੀ ਜਿਹੜੀ ਦਲੀਲ ਆ ਉਹਦੇ ਵਿੱਚ ਇਹ ਕਿਤੇ ਨਹੀਂ ਮੈਂ ਕਿਹਾ ਕਿ ਵੀ ਡਾਕਟਰ ਨੂੰ ਨਹੀਂ ਜਾਣਾ ਚਾਹੀਦਾ, ਪਰ ਉਹਨੂੰ ਬਿਹਤਰ ਕਰਨ ਦਾ ਜਿਹੜਾ ਬਿਹਤਰ ਹੋਣਾ ਚਾਹੀਦਾ, ਸਰਵਿਸਿਜ਼ ਬਿਹਤਰ ਹੋਣੀਆਂ ਚਾਹੀਦੀਆਂ, ਜਿਸ ਤਰ੍ਹਾਂ ਪੈਨਲਿਸਟ ਨੇ ਕਿਹਾ ਹੈਗਾ। ਇਟ ਇਜ਼ ਵੈਰੀ ਸਰਪ੍ਰਾਈਜ਼ਿੰਗ ਕਿ ਬਜਟ ਦਾ ਹਜੇ ਵੀ ਪੰਜਾਬ 'ਚ ਮਤਲਬ 2 ਜਾਂ 3% ਹੈਗਾ ਜਿਹੜਾ ਹੈਲਥ ਨੂੰ ਐਲੋਕੇਟ ਹੁੰਦਾ ਹੈ। ਮੇਰੇ ਖਿਆਲ 2 ਜਾਂ 3 ਹੈ, ਆਈ ਐਮ ਨਾਟ ਸ਼ੋਰ ਆਫ ਦ ਫਿਗਰਸ, ਬਟ ਇਟ ਇਜ਼ ਵੈਰੀ ਲੋ। ਹੈਲਥ ਸਰਵਿਸਿਜ਼ ਇੰਪਰੂਵ ਹੋਣੀ ਚਾਹੀਦੀਆਂ ਨੇ, ਇਨਫਰਾਸਟ੍ਰਕਚਰ ਹੋਣਾ ਚਾਹੀਦਾ, ਜਿਸ ਤਰ੍ਹਾਂ ਡਾਕਟਰ ਬੇਦੀ ਸਰ ਨੇ ਕਿਹਾ ਹੈ, ਸਾਰਾ ਕੁਝ ਹੋਣਾ ਚਾਹੀਦਾ। ਬਟ ਜੇ ਨਹੀਂ ਹੈਗਾ, ਇਹਦਾ ਮਤਲਬ ਇਹ ਨਹੀਂ ਹੈ ਕਿ ਡਾਕਟਰ ਹਸਪੀਟਲ ਨਾ ਜਾਣ ਜੀ, ਬਿਕੋਜ਼ ਪੰਜਾਬ ਦਾ ਜਿਹੜਾ ਡਾਕਟਰ ਹੈਗਾ ਇਟ ਇਜ਼ ਵਨ ਆਫ ਦਾ ਵੈਰੀ ਵੈਲ ਪੇਡ ਡਾਕਟਰਸ। ਜੇ ਉਹਨੂੰ ਡਾਕਟਰ ਨੂੰ ਉਹਦੇ ਬਰਾਬਰ ਦੇ ਡਾਕਟਰ ਨੂੰ ਹਰਿਆਣੇ ਦੇ ਡਾਕਟਰ ਨਾਲ ਕੰਪੇਅਰ ਕਰੋ ਜਾਂ ਹਿਮਾਚਲ ਦੇ ਡਾਕਟਰ ਨਾਲ ਕੰਪੇਅਰ ਕਰੋ, ਪੰਜਾਬ ਦਾ ਡਾਕਟਰ ਇਜ਼ ਬੈਟਰ ਪੇਡ ਜੀ। ਬਟ ਜੇ ਉੱਥੇ ਇਨਫਰਾਸਟ੍ਰਕਚਰ ਨਹੀਂ ਹੈਗਾ, ਜੇ ਉੱਥੇ ਫॉर ਐਗਜ਼ਾਮਪਲ ਦਵਾਈਆਂ ਨਹੀਂ ਹੈਗੀਆਂ, ਇਟ ਇਜ਼ ਨੋ ਐਕਸਕਿਊਜ਼ ਫॉर द ਡਾਕਟਰ ਨਾਟ ਟੂ ਗੋ ਟੂ ਦ ਹਸਪੀਟਲ ਜੀ। ਉਹ ਠੀਕ ਹੈ, ਕਿਉਂਕਿ ਡਾਕਟਰ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਹੈ ਐਟ ਦ ਪਲੇਸ ਆਫ ਪੋਸਟਿੰਗ ਇਟਸੈਲਫ ਬਿਕਮਸ ਵੈਰੀ ਇੰਪੋਰਟੈਂਟ ਜੀ। ਠੀਕ ਹੈ ਨਾ, ਮੈਂ ਮਰੀਜ਼ ਆ, ਮੈਂ ਡਾਕਟਰ ਕੋਲ ਜਾਣਾ, ਡਾਕਟਰ ਮੈਨੂੰ ਦੇਖ ਲੈਂਦਾ ਹੈ, ਡਾਕਟਰ ਮੈਨੂੰ ਦੇਖ ਲੈਂਦਾ, ਇਹਦੇ ਨਾਲ ਹੀ ਮੈਨੂੰ ਕਾਫੀ ਸੰਤੁਸ਼ਟੀ ਮਿਲ ਜਾਂਦੀ ਹੈ। ਉਹ ਦਵਾਈ ਮੈਂ ਪੱਲਿਓਂ ਲੈ ਕੇ ਆਣਾ, that is another ਘੱਟੋ ਘੱਟ ਸਲਾਹ ਦੇਣ ਲਈ ਬੈਠਾ ਹੋਵੇ ਡਾਕਟਰ, ਬੈਠਾ ਤੇ ਹੈ ਨਾ, ਮੈਨੂੰ ਪਤਾ ਹੈ ਕਿ ਮੇਰੀ ਬਾਹ ਇੱਕ ਰਿਸਪੌਂਸਿਬਲ ਬੰਦੇ ਨੇ ਫੜੀ ਹੈ। ਉਹ ਤੋਂ ਬਾਅਦ ਵੀ ਜੇ ਮੇਰਾ ਕੰਮ ਮਤਲਬ ਠੀਕ ਹੈ, ਇਟ ਗਿਵਸ ਯੂ ਸਮ ਮੋਰਲ ਸਪੋਰਟ ਟੂ ਫਾਈਟ ਆਊਟ ਜੀ। ਬਾਕੀ ਉਹ ਗੱਲਾਂ ਮੈਂ ਐਗਰੀ ਕਰਦਾ ਕਿ ਗਵਰਨਮੈਂਟ ਨੂੰ ਇਨਫਰਾਸਟ੍ਰਕਚਰ ਬਿਲਡ ਕਰਨਾ ਚਾਹੀਦਾ ਹੈ, ਗਰਾਊਂਡ ਲੈਵਲ ਤੇ ਦਵਾਈਆਂ ਪ੍ਰੋਵਾਈਡ ਕਰਨੀ ਚਾਹੀਦੀਆਂ ਨੇ, ਡਾਕਟਰਸ ਨੂੰ ਰੈਜ਼ੀਡੈਂਸ਼ੀਅਲ ਕੰਫਰਟੇਬਲ ਪੋਜੀਸ਼ਨਸ ਅਕੋਮੋਡੇਸ਼ਨਸ ਦੇਣੀਆਂ ਚਾਹੀਦੀਆਂ ਨੇ। ਦਿਸ ਇਜ਼ ਐਡਿੰਗ ਔਨ ਟੂ ਦੈਟ। ਇਹਦਾ ਮਤਲਬ ਇਹਦਾ ਇੱਕ ਕ੍ਰਾਈਸਿਸ ਜਿਹੜਾ ਚੱਲ ਰਿਹਾ ਹੈਗਾ, ਇਹਦੀ ਐਗਜ਼ਾਮਪਲ ਲਾਸਟ ਈਅਰ ਸਰਕਾਰ ਨੇ 1200 ਡਾਕਟਰ ਭਰਤੀ ਕੀਤੇ ਸੀ ਜੀ, ਤੇ ਮੈਨੀ ਆਫ them did not join ਜੀ, ਕਿਉਂਕਿ ਉਹਨਾਂ ਨੂੰ ਲੱਗਿਆ ਵੀ ਜੋ ਸਰਵਿਸਿਜ਼ ਸਾਨੂੰ ਮਤਲਬ ਜੋ ਫੈਸਿਲਿਟੀਜ਼ ਸਾਨੂੰ ਦੇਣੀਆਂ ਨੇ ਪੰਜਾਬ ਨੇ ਉਹ ਇੱਥੇ ਨਹੀਂ ਅਵੇਲੇਬਲ ਜੀ। ਸੋ ਦੇ ਫਾਊਂਡ ਕਿ ਪ੍ਰਾਈਵੇਟ ਸੈਕਟਰ ਇਜ਼ ਮਚ ਬੈਟਰ, ਤੇ ਉਹਨਾਂ ਨੇ ਜੁਆਇਨ ਨਹੀਂ ਕੀਤਾ ਜੀ। ਹੁਣ ਸਰਕਾਰ ਉਹ ਸਾਰੀ ਚੀਜ਼ ਨੂੰ ਦੁਬਾਰਾ ਰਿਵਾਈਜ਼ ਕਰ ਰਹੀ ਹੈ। ਆਈ ਡੋਨਟ ਨੋ ਕਿੰਨਾ ਕਰ ਲਿਆ ਕਿੰਨਾ ਨਹੀਂ ਕੀਤਾ। ਸੋ ਠੀਕ ਹੈ, ਗਵਰਨਮੈਂਟ ਮਾਈਟ ਬੀ ਵਰਕਿੰਗ ਔਨ ਇਟ, ਲੇਕਿਨ ਡਾਕਟਰਸ ਨੂੰ ਰਿਸਪੌਂਸਿਬਲੀ ਬਿਹੇਵ ਕਰਨਾ ਚਾਹੀਦਾ ਹੈ। ਡਾਕਟਰਸ ਨੂੰ ਆਪਣੇ ਜਿਹੜੇ ਟਾਈਮਿੰਗਸ ਨੇ ਉਹ ਆਬਜ਼ਰਵ ਕਰਨੇ ਚਾਹੀਦੇ ਨੇ, ਉਹਨਾਂ ਤੋਂ ਨੱਠ ਕੇ ਕਿਤੇ ਇੱਧਰ ਉੱਧਰ ਜਾਣ ਦਾ ਦੇਰ ਇਜ਼ ਨੋ। ਇੱਕ ਗੱਲ ਤੁਸੀਂ ਸਪਸ਼ਟ ਕਰ ਦਿਓ, ਇੱਕ ਤੁਸੀਂ ਕਿਹਾ ਕਿ ਵੀ ਜਿਹੜੇ ਪੰਜਾਬ ਦੇ ਡਾਕਟਰ ਨੇ ਉਹਨਾਂ ਨੂੰ ਜਿਹੜੀਆਂ ਤਨਖਾਹਾਂ ਨੇ ਉਹ ਹਰਿਆਣਾ ਦੇ ਮੁਕਾਬਲੇ 'ਚ, ਹਿਮਾਚਲ ਦੇ ਮੁਕਾਬਲੇ 'ਚ ਬਿਹਤਰ ਮਿਲਦੀਆਂ ਨੇ। ਦੂਜੀ ਗੱਲ ਜਿਹੜੀ ਨਵੀਂ ਭਰਤੀ ਦੇ ਬਾਰੇ ਤੁਸੀਂ ਦੱਸੀ ਹੈ ਕਿ ਵੀ ਨਵੀਂ ਭਰਤੀ ਜਿਹੜੀ ਹੋਈ ਸੀ ਉਹ ਡਾਕਟਰਾਂ ਨੇ ਜਾ ਕੇ ਸਰਕਾਰੀ ਨੌਕਰੀ ਦੇ ਕੰਟਰੈਕਟ ਤੇ ਹੋਈ ਸੀਗੀ। ਹਾਂਜੀ, ਉਹ ਕੰਟਰੈਕਟ ਤੇ ਸੀਗੀ ਜੀ, ਤੇ ਕੰਟਰੈਕਟ ਦਾ ਜਿਹੜਾ ਪੈਸਾ ਸੀਗਾ ਉਹ ਮੈਨੂੰ ਹੁਣ ਯਾਦ ਨਹੀਂ, ਮੇਰੇ ਖਿਆਲ 24000 ਤੇ ਸੀ ਜਾਂ 25000 ਤੇ ਪਰ ਡਾਕਟਰ ਨੂੰ ਲਿਆ ਗਿਆ ਸੀਗਾ ਜੀ, which many of them found ਕਿ it is insufficient for them ਜੀ। so many of them did not join। ਇਸ ਕਰਕੇ ਉਹ ਸਾਰੀ ਐਕਸਰਸਾਈਜ਼ ਹੁਣ ਡਿਪਾਰਟਮੈਂਟ ਦੁਬਾਰਾ ਕਰ ਰਿਹਾ ਹੈ ਜੀ। ਪ੍ਰੋਫੈਸਰ ਸਵਰਨਜੀਤ, ਇੱਕ ਜਿਹੜਾ ਮਸਲਾ ਕਿ ਜੋ ਜਿੰਨਾ ਵੀ ਸਾਡੇ ਕੋਲ ਢਾਂਚਾ ਹੈਗਾ ਉਹਦੇ ਵਿੱਚ ਜਿੰਨੇ ਵੀ ਬੰਦੇ ਨੇ ਉਹਨਾਂ ਨੂੰ ਜਿੰਨਾ ਹੋ ਸਕਦਾ ਉਹਨਾਂ ਕੰਮ ਤੇ ਕਰਨਾ ਹੀ ਕਰਨਾ ਚਾਹੀਦਾ। ਉਹ ਤੋਂ ਬਿਨਾਂ ਇਹ ਪਾਲਿਸੀ ਲੈਵਲ ਦੇ ਉੱਤੇ ਕੁਝ ਜ਼ਿਆਦਾ ਪਹਿਲ ਕਦਮੀਆਂ ਦੀ ਲੋੜ ਹੈ। ਪਾਲਿਸੀ ਲੈਵਲ ਤੇ ਤਾਂ ਬਿਲਕੁਲ ਲੋੜ ਹੈ। ਮਤਲਬ ਲੋਕਾਂ ਨੂੰ ਇਹ ਮੈਸੇਜ ਆਉਣਾ ਚਾਹੀਦਾ ਵੀ ਸਰਕਾਰ ਜਿਹੜੀ ਹੈ ਇਸ ਮੁੱਦੇ ਬਾਰੇ ਕਾਫੀ ਚਿੰਤਿਤ ਹੈ ਔਰ ਸੀਰੀਅਸਲੀ ਇਸ ਦੇ ਬਾਰੇ ਕੁਝ ਕਰਨ ਜਾ ਰਹੀ ਹੈ। ਪਰ ਤੁਸੀਂ ਕਿਤੇ ਵੀ ਦੇਖ ਲਓ, ਸਰਕਾਰ ਦੀ ਜਿਹੜੀ ਰਿਸਪੌਂਸਿਬਿਲਿਟੀ ਹੈ
ਸਿਹਤ ਵੱਲ ਮਹਿਕਮੇ ਵੱਲ ਵੀ ਤੇ ਐਜੂਕੇਸ਼ਨ ਦੋਵਾਂ ਵੱਲ ਨਿਲ ਹੈ ਨॉन सीरियस ਔਰ ਹਿਊਮਨ ਡਿਵੈਲਪਮੈਂਟ ਕਰਨ ਦੇ ਦਮਗੱਜੇ ਮਾਰਦੇ ਨੇ ਇਹਨਾਂ ਦੋਵਾਂ ਤੋਂ ਬਿਨਾ ਹਿਊਮਨ ਡਿਵੈਲਪਮੈਂਟ ਹੋ ਹੀ ਨਹੀਂ ਸਕਦੀ। ਜੀ ਜੀ, ਤੁਹਾਡਾ ਮੁੱਦਾ ਬਿਲਕੁਲ ਸਪਸ਼ਟ ਹੋ ਗਿਆ। ਤੁਸੀਂ ਸਾਰੇ ਅੱਜ ਦੀ ਬਹਿਸ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਿਹਤ ਸਹੂਲਤਾਂ ਮਨੁੱਖ ਦੀ ਬੁਨਿਆਦੀ ਜ਼ਰੂਰਤ ਨੇ। ਕਿਸੇ ਵੀ ਜਮਹੂਰੀ ਮੁਲਕ ਵਿੱਚ ਇਹ ਜਮਹੂਰੀ ਤੇ ਮਨੁੱਖੀ ਹਕੂਕ ਦਾ ਹਿੱਸਾ ਵੀ ਬਣਦੀਆਂ ਨੇ। ਇਸ ਸੰਜੀਦਾ ਮਸਲੇ ਨੂੰ ਨਾ ਤਾਂ ਸਨਸਨੀ ਨਾਲ ਸੰਬੋਧਿਤ ਹੋਇਆ ਜਾ ਸਕਦਾ ਹੈ ਤੇ ਨਾ ਖੁੰਡ ਚਰਚਾ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਠੋਸ ਤੇ ਚਿਰਕਾਲੀ ਨੀਤੀ ਬਣਾਉਣਾ ਤੇ ਉਸ ਨੂੰ ਸੰਜੀਦਗੀ ਨਾਲ ਲਾਗੂ ਕਰਨਾ ਹੀ ਲੋਕਾਂ ਦਾ ਕੁਝ ਸਵਾਰ ਸਕਦਾ ਹੈ। ਵੇਖਣਾ ਇਹੋ ਹੈ ਕਿ ਅਜਿਹਾ ਕਰਨਾ ਕੌਣ ਚਾਹੁੰਦਾ ਹੈ। ਇਸ ਦੇ ਨਾਲ ਹੀ ਅਸੀਂ ਪ੍ਰਾਈਮ ਖਤਮ ਕਰਦੇ ਹਾਂ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼।